20 ਤੋਂ 30 ਸਾਲ ਦੀ ਉਮਰ ਦੇ ਵਿੱਚ ਹਰੇਕ ਚੀਜ਼ ਜਿਹੜੀ ਤੁਸੀਂ ਕਰਦੇ ਹੋ ਉਹ ਤੁਹਾਨੂੰ 50 ਸਾਲ ਦੀ ਉਮਰ ਦੇ ਵਿੱਚ ਜਾ ਕੇ ਡੈਫੀਨਿਟਲੀ ਕੁਛ ਨਾ ਕੁਛ ਨਤੀਜੇ ਦਊਗੀ। ਤੁਸੀਂ 20 ਸਾਲ 15 ਤੋਂ ਲੈ ਕੇ 25 ਲਾ ਲਓ ਭਾਵੇਂ, ਜਦੋਂ ਤੁਸੀਂ ਕਿੰਨਾ ਸੌਂਦੇ ਹੋ, ਕਿਹੋ ਜਿਹੇ ਲੋਕਾਂ 'ਚ ਤੁਸੀਂ ਬਹਿੰਦੇ ਉੱਠਦੇ ਹੋ, ਕਿਹੋ ਜਿਹੀ ਤੁਸੀਂ ਪੜ੍ਹਾਈ ਕਰਦੇ ਹੋ, ਕਿਹੋ ਜਿਹੀ ਤੁਸੀਂ ਮਿਹਨਤ ਲਾਉਂਦੇ ਹੋ ਸਰੀਰ ਤੇ, ਤੁਸੀਂ ਮਾਨਸਿਕਤਾ ਜਿਹੜੀ ਕਿਵੇਂ ਦੀ ਬਣਾਉਂਦੇ ਹੋ, ਤੁਸੀਂ ਦਿਮਾਗ ਨੂੰ ਕਿਹੜੀਆਂ ਚੀਜ਼ਾਂ ਫੀਡ ਕਰਦੇ ਹੋ। ਇਹ ਜਿਹੜਾ ਦਹਾਕਾ ਹੈ 20 ਤੋਂ 30 ਵਾਲਾ, ਇਹ ਅਗਲੇ ਤੁਹਾਡੇ 3 ਦਹਾਕੇ ਜ਼ਿੰਦਗੀ ਦੇ ਤੈਅ ਕਰਦਾ ਵੀ ਉਦੋਂ ਜ਼ਿੰਦਗੀ ਕਿਵੇਂ ਦੀ ਹੋਊਗੀ। ਮੈਂ ਗੁਰਕਬਾਲ ਸਿੰਘ, ਮੇਰੀ ਉਮਰ ਹੁਣ 41 ਸਾਲ ਹੈ। ਜੋ ਮੈਂ ਸਹੀ ਜਾਂ ਗਲਤ ਕੀਤਾ ਜਦੋਂ ਮੈਂ 20 ਤੋਂ 30 ਦੇ ਵਿੱਚ ਸੀਗਾ, ਉਹਨਾਂ ਚੀਜ਼ਾਂ ਦੇ ਵਿੱਚੋਂ ਜੋ ਨਿਚੋੜ ਨਿਕਲਦਾ, ਜਿਹੜੀਆਂ ਚੀਜ਼ਾਂ ਹੁਣ ਪਿੱਛੇ ਦੇਖ ਕੇ ਸਮਝ ਆਉਂਦੀਆਂ ਨੇ, ਉਹਨਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਜੀ। ਤਾਂ ਇਹ ਗੱਲ ਇਹ ਨਹੀਂ ਹੈਗਾ ਵੀ 20 ਤੋਂ 30 ਵਾਲਿਆਂ ਖਾਤਰ ਹੀ ਹੈ, ਆਪਾਂ ਬਾਅਦ 'ਚ ਵੀ ਚੀਜ਼ਾਂ ਰਿਫਲੈਕਟ ਕਰ ਸਕਦੇ ਹਾਂ। ਪਰ ਖਾਸ ਕਰਕੇ ਜੇ ਤੁਸੀਂ 30 ਤੋਂ ਘੱਟ ਵਾਲੇ ਹੋ ਤਾਂ ਡੈਫੀਨੇਟਲੀ ਇੱਕ ਅੱਧੀ ਗੱਲ ਤੁਹਾਡੇ ਪੱਲੇ ਇਹ 'ਚੋਂ ਪੈ ਜਾਊਗੀ ਅਤੇ ਉਹਨੇ ਜ਼ਿੰਦਗੀ ਬਿਹਤਰ ਕਰਨੀ ਹੀ ਕਰਨੀ ਆ। ਤਾਂ ਜੁੜੇ ਰਹੋ ਮੇਰੇ ਨਾਲ। ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ। ਪਹਿਲੀ ਜਿਹੜੀ ਚੀਜ਼ ਹੈ ਉਹ ਪੈਸੇ ਬਾਰੇ ਹੈ ਜੀ। ਆਪਣੇ ਅੱਜ ਕੱਲ੍ਹ ਇੱਕ ਆਮ ਧਾਰਨਾ ਬਣੀ ਹੋਈ ਹੈ ਵੀ ਆਹੀ ਉਮਰ ਹੈ, ਖਰਚ ਲਓ, ਬਾਅਦ 'ਚ ਕੀ ਨਾ ਦੇਖਿਆ, ਲੈ ਲਓ ਨਜ਼ਾਰੇ, ਚੱਕ ਦੋ ਫਟੇ। ਤਾਂ ਜੇ ਆਪਾਂ ਬਾਹਰਲੇ ਮੁਲਕਾਂ ਜਾ ਕੇ ਗੱਡੀ ਕਢਾਉਂਦੇ ਹਾਂ ਜਾਂ ਇੰਡੀਆ ਦੇ ਵਿੱਚ ਵੀ ਆਪਾਂ ਨੂੰ ਕੋਸ਼ਿਸ਼ ਹੁੰਦੀ ਆ ਵੀ ਨਵਾਂ ਆਈਫੋਨ ਆ ਗਿਆ, ਲੈ ਲਈਏ, ਨਵਾਂ ਕਰ ਲਈਏ, ਇਹ ਕਰ ਲਈਏ। ਤਾਂ ਇਹਦੇ ਅਗੇਂਸਟ ਮੈਂ ਇਹ ਮੰਨਦਾ ਵੀ 20 ਤੋਂ 30 ਦੇ ਵਿੱਚ ਜੇ ਤੁਸੀਂ ਇਨਵੈਸਟਮੈਂਟ ਕਰੋਗੇ, ਇਨਵੈਸਟਮੈਂਟ ਦਾ ਬੀਜ ਤੁਸੀਂ ਬੋ ਦੋਗੇ, 50 ਸਾਲ 'ਚ ਜਿਹੜਾ ਤੁਹਾਡਾ ਰਿਵਾਰਡ ਹੈ, ਜਿਹੜਾ ਉਹਦਾ ਰੁੱਖ ਬਣੂਗਾ, ਉਹ ਬਹੁਤ ਸੰਘਣਾ ਅਤੇ ਬਹੁਤ ਸੋਹਣੀ ਛਾਂ ਰੁਪਈਆਂ ਦੀ ਦਊਗਾ ਅਤੇ ਨਜ਼ਾਰੇ ਲੱਗ ਜਾਣਗੇ। ਇਹ ਮੈਂ ਨਹੀਂ ਕਹਿ ਰਿਹਾ, ਇਹ ਸਾਇੰਸ ਦਾ ਸਿਸਟਮ ਹੈ, ਇਹ ਅੱਜ ਦੀ ਰਿਸਰਚ ਹੈ ਨਾ। ਤੁਸੀਂ ਟੋਨੀ ਰੋਬਿਨਸ ਦੀ ਬੁੱਕ ਹੈ ਅਨਸ਼ੇਕੇਬਲ, ਤੁਸੀਂ ਉਹ ਪੜ੍ਹ ਸਕਦੇ ਹੋ। ਬਹੁਤ ਸੋਹਣੇ ਤਰੀਕੇ ਨਾਲ ਇਨਵੈਸਟਮੈਂਟ ਦੇ ਬਾਰੇ ਸਮਝਾਇਆ ਗਿਆ। ਬੇਸਿਕ ਟ੍ਰੇਡਿੰਗ ਇਨਵੈਸਟਮੈਂਟ ਨਹੀਂ ਹੁੰਦੀ, ਪਲੀਜ਼ ਇਹ ਚੀਜ਼ ਨੂੰ ਜ਼ਰੂਰ ਧਿਆਨ 'ਚ ਰੱਖਿਓ। ਪਰ ਹਾਂ, ਇਹ ਇੱਕ ਬਹੁਤ ਹੀ ਇੰਟਰਸਟਿੰਗ ਅਤੇ ਬਹੁਤ ਹੀ ਵਧੀਆ ਚੀਜ਼ ਹੈ ਜਿਹਦੇ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਤਾਂ ਮੈਂ ਨੋਟਸ ਥੋੜ੍ਹੇ ਲੈ ਕੇ ਆਇਆ ਨਾਲ, ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ। ਕੰਪਾਊਂਡਿੰਗ ਇਸ ਟਾਈਮ ਸੈਂਸਿਟਿਵ, ਉਹ ਕਹਿੰਦੇ ਨੇ ਹੈ ਨਾ। USSEC ਇਨਵੈਸਟਰ ਨੇ ਜਿਹੜੇ ਐਜੂਕੇਸ਼ਨ ਪੇਜ, ਉਹਦਾ ਪੇਜ ਹੈ ਜੀ, ਇੱਥੇ ਲਿੰਕ ਪਾ ਦਾਂਗੇ investor.gov+2investor.com, ਹੈ ਨਾ। ਤਾਂ ਇਹ ਪੇਜ ਥੱਲੇ ਪਾਇਆ ਅਤੇ ਇੱਕ ਫ੍ਰੀ ਕੈਲਕੂਲੇਟਰ ਹੈ। ਤੁਸੀਂ ਉਹ ਕੈਲਕੂਲੇਟਰ ਵਰਤ ਕੇ ਤੁਸੀਂ ਚੀਜ਼ਾਂ ਸਿੱਖ ਸਕਦੇ ਹੋ ਵੀ ਇਨਵੈਸਟਮੈਂਟ ਕਿਵੇਂ ਕੰਮ ਕਰਦੀ ਹੈ। ਦੂਜੀ ਚੀਜ਼ ਹੈਗੀ ਹੈ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਲਿਟਰੇਸੀ ਹੈ, ਤੁਹਾਨੂੰ ਜਿਹੜੇ ਪੈਸੇ ਪਾਏ ਦੀ ਐਜੂਕੇਸ਼ਨ ਹੈ, ਪੈਸਾ ਕਿਵੇਂ ਸਾਂਭਣਾ, ਪੈਸਾ ਕਿਵੇਂ ਲਾਉਣਾ, ਕਿੱਥੇ ਲਾਉਣਾ, ਇਹ ਜਿਹੜੀ ਐਜੂਕੇਸ਼ਨ ਹੈ, ਇਹ ਤੁਹਾਡਾ ਬਿਹੇਵੀਅਰ, ਤੁਹਾਡੇ ਕਿਵੇਂ ਦਾ ਤੁਹਾਡਾ ਵਿਹਾਰ ਹੋਊਗਾ ਗਾਹਾਂ ਜਾ ਕੇ 30 ਤੋਂ 40, 40 ਤੋਂ 50, 50 ਤੋਂ 60 ਦੇ ਵਿੱਚ, ਉਹਨੂੰ ਤੈਅ ਕਰੂਗੀ ਜੋ ਐਜੂਕੇਸ਼ਨ, ਜੋ ਨੌਲੇਜ ਤੁਸੀਂ 20 ਤੋਂ 30 ਦੇ ਵਿੱਚ ਫਾਈਨੈਂਸਿਸ ਬਾਰੇ, ਪੈਸੇ ਬਾਰੇ ਲੈ ਲਈ ਹੈ ਜੀ। ਇਹਦਾ ਮੈਂ ਤੁਹਾਨੂੰ ਬਹੁਤ ਸੌਖਾ ਜਿਹਾ ਤਰੀਕਾ ਦੱਸਦਾ, ਹੈ ਨਾ। ਤੁਸੀਂ investor.gov 'ਤੇ ਜਾਓ, investor.gov 'ਤੇ ਜਾ ਕੇ ਉੱਥੇ ਕੰਪਾਊਂਡ ਇੰਟਰਸਟ ਕੈਲਕੂਲੇਟਰ ਮਿਲਦਾ ਜੀ, ਉਹਦਾ ਲਿੰਕ ਥੱਲੇ ਪਾਇਆ ਹੋਇਆ। ਤਾਂ ਤੁਸੀਂ ਉਹ ਜਿਹੜਾ ਕੈਲਕੂਲੇਟਰ ਹੈ ਉਹਦੇ 'ਤੇ ਜਾ ਕੇ ਤੁਸੀਂ ਸਟਾਰਟ ਨਾਓ ਵਰਸਿਸ ਸਟਾਰਟ 10 years later ਉਹ ਕਰਕੇ ਕੈਲਕੂਲੇਸ਼ਨ ਕਰੋ। ਤੁਸੀਂ ਅਮਾਊਂਟ ਪਾਓ ਵੀ ਜੇ ਮੈਂ ਅੱਜ ਤੋਂ ਹਰ ਮਹੀਨੇ 100 ਰੁਪਈਆ, 100 ਡਾਲਰ ਜੋ ਵੀ ਅੱਜ ਤੋਂ ਪਾਉਣ ਲੱਗ ਜਾਵਾਂ ਹਰੇਕ ਮਹੀਨੇ, ਤਾਂ 10 ਸਾਲਾਂ 'ਚ ਮੈਨੂੰ ਕਿੱਥੇ ਪਹੁੰਚੂਗਾ, ਅਤੇ 20 'ਚ ਕਿੱਥੇ, ਅਤੇ 30 'ਚ ਕਿੱਥੇ। ਜਾਂ ਮੈਂ ਅੱਜ ਤੋਂ 10 ਸਾਲਾਂ ਬਾਅਦ ਜਾ ਕੇ ਪਾਉਣ ਲੱਗਾ, ਫਿਰ ਮੈਂ ਉਦੋਂ ਗਾਹਾਂ 30 ਸਾਲਾਂ 'ਚ ਕਿੱਥੇ ਪਹੁੰਚੂਗਾ। ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ, ਤੁਹਾਨੂੰ ਲੱਗੇਗਾ ਵੀ ਹੈ ਐਡੀ ਗੱਲਬਾਤ ਹੈ, ਮੈਂ ਕੀ ਸੋਚੀ ਸੀ, ਮੈਂ ਕਿੱਥੇ ਫਿਰਦਾ ਸੀ ਜਾਂ ਮੈਂ ਕਿੱਥੇ ਫਿਰਦੀ ਸੀ, ਹੈ ਨਾ। ਦੂਜੀ ਚੀਜ਼ ਹੈ 7 ਦਿਨਾਂ ਵਾਸਤੇ 1-1 ਰੁਪਈਆ ਜਾਂ 1-1 ਡਾਲਰ ਜਾਂ 1-1 ਪਾਉਂਡ ਜੋ ਵੀ ਤੁਸੀਂ ਖਰਚ ਰਹੇ ਹੋ, 1-1 ਯੂਰੋ, ਉਹਨੂੰ ਟਰੈਕ ਕਰੋ। ਸਿਰਫ 7 ਦਿਨ ਵਾਸਤੇ 1-1 ਪੈਸਾ ਜਿਹੜਾ ਹੱਥ 'ਚੋਂ ਜਾਂਦਾ ਨਾ, ਉਹਨੂੰ ਲਿਖ ਲਓ, ਕੁਛ ਨਾ ਕਰਿਓ ਹੋਰ। ਤੁਹਾਨੂੰ ਇਹੋ ਜਿਹੀ ਨੌਲੇਜ ਆ ਜਾਊਗੀ ਆਪਦੇ ਖਰਚਿਆਂ ਬਾਰੇ, ਆਪਦੀ ਇਨਕਮ ਬਾਰੇ, ਆਪਦੇ ਸਪੈਂਡ ਬਾਰੇ, ਜਿਹੜੀ ਤੁਹਾਨੂੰ ਹੋਰ ਕਿਸ ਹਿਸਾਬ 'ਚ ਕਦੇ ਆ ਹੀ ਨਹੀਂ ਸਕਦੀ। ਅਤੇ ਤੀਜੀ ਚੀਜ਼ ਇਹ ਹੈਗੀ ਆ, ਤੁਸੀਂ ਇੱਕ ਸਕਿੱਲ ਚੂਜ਼ ਕਰੋ, ਸਿਰਫ ਇੱਕ ਸਕਿੱਲ ਚੂਜ਼ ਕਰੋ। ਕੋਈ ਡੇਟਾ, ਕੋਈ ਡਿਜ਼ਾਈਨ, ਕੋਈ ਰਾਈਟਿੰਗ, ਕੋਈ AI, ਕੋਈ ਹੱਥ ਦਾ ਕੰਮ, ਅਤੇ ਉਹਦੇ ਵਾਸਤੇ ਤੁਸੀਂ 30 ਮਿੰਟ ਰੋਜ਼ ਦਿਓ। ਸਕਿੱਲ ਹੈ ਜਿਹੜੀ, ਪਹਿਲਾਂ ਮੈਂ ਤੁਹਾਨੂੰ ਪੈਸਾ ਦੱਸਿਆ, ਪੈਸਾ ਬਹੁਤ ਛੇਤੀ ਕੰਪਾਊਂਡ ਹੁੰਦਾ। ਕੰਪਾਊਂਡ ਇੰਟਰਸਟ ਬਾਰੇ ਸਮਝਣਾ ਜ਼ਰੂਰੀ ਹੈ। ਸਕਿੱਲ ਉਦੋਂ ਵੀ ਛੇਤੀ ਕੰਪਾਊਂਡ ਹੁੰਦੀ ਹੈ। ਤਾਂ ਸਕਿੱਲ ਜਦੋਂ ਤੁਸੀਂ ਸਿੱਖ ਲਈ ਤਾਂ ਚੀਜ਼ ਐਂ ਵੱਧਦੀ ਆ ਮਿੰਟੋ ਸਕਿੰਟ। ਮੈਂ ਆਪਣੀ ਐਗਜ਼ਾਮਪਲ ਦਿੰਦਾ, ਜਦੋਂ ਮੈਂ ਲਾਈਫ ਕੋਚਿੰਗ ਪੜ੍ਹ ਰਿਹਾ ਸੀ 2015, 16-17 ਦੀ ਗੱਲ ਆ। ਉਦੋਂ ਪਹਿਲਾਂ ਮੈਂ HR ਦੀ ਮਾਸਟਰਸ ਕੀਤੀ, ਉਹ ਤੋਂ ਬਾਅਦ ਮੈਂ NLP ਕਰ ਲਈ। ਜਦੋਂ ਕਿ ਮੇਰੀ ਜੌਬ ਐਜ਼ ਏ ਫਾਰਮਾਸਿਸਟ ਵਧੀਆ ਚੱਲ ਰਹੀ ਸੀ, ਮੈਂ ਸਾਰਾ ਕੁਛ ਕਰਦਾ ਗਿਆ, ਅਤੇ ਕਈ ਵਾਰੀ ਮੈਂ ਹੀ ਆਪਣੇ ਦੋਸਤਾਂ ਨੂੰ ਪੁੱਛਦਾ ਸੀ ਵੀ ਮੈਂ ਪੈਸੇ ਖਰਾਬ ਕਰ ਲਏ ਨੇ, ਇਹ ਚੀਜ਼ਾਂ ਮੇਰੇ ਕਿਤੇ ਕੰਮ ਵੀ ਆਉਣਗੀਆਂ। ਪਰ ਹੁਣ ਜਾ ਕੇ ਫਾਰਮੇਸੀ ਤੋਂ ਲੈ ਕੇ ਲਾਈਫ ਕੋਚਿੰਗ ਤੋਂ ਲੈ ਕੇ HR ਤੋਂ ਲੈ ਕੇ ਸਾਰਾ ਕੁਛ ਇਕੱਠਾ ਹੀ ਮੇਰੇ ਕੰਮ ਆ ਰਿਹਾ। ਅਤੇ ਉਹਦੇ ਥਰੂ ਆ ਚੈਨਲ ਬਣਦਾ, ਅਚੀਵ ਹੈਪੀ ਜਿਹੜਾ ਪੇਜ ਚੱਲਦਾ, ਮੈਂ ਥਾਂ ਥਾਂ ਜਾ ਕੇ ਸੈਮੀਨਾਰ ਕਰਦਾ, ਉਹ ਸਾਰਾ ਕੁਛ ਕੰਪਾਊਂਡ ਹੋ ਰਿਹਾ। ਤਾਂ ਸਕਿੱਲ ਹੈ ਜਿਹੜੀ ਨਾ ਜੀ, ਉਹ ਪੈਸੇ ਨਾਲੋਂ ਵੀ ਛੇਤੀ ਕੰਪਾਊਂਡ ਹੁੰਦੀ ਹੈ। ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਪੈਸੇ ਵਾਲੀ ਗੱਲ ਹੋ ਗਈ। ਦੂਜੀ ਗੱਲ ਹੈ ਸਿਹਤ ਦੀ। 20 ਤੋਂ 30, ਜਦ ਕਹਿ ਲਓ 15 ਤੋਂ 30, ਇਹ ਪ੍ਰਾਈਮ ਉਮਰ ਹੈ ਸਿਹਤ ਨੂੰ ਸਾਂਭਣ ਦੀ। ਇੱਥੇ ਕੀਤਾ ਕੰਮ ਸਹੀ ਜਾਂ ਗਲਤ 60 ਦੇ ਹੋ ਕੇ ਤੁਹਾਨੂੰ ਭੁਗਤਣਾ ਪੈਣਾ। ਮੈਂ ਤੁਹਾਨੂੰ ਗੱਲ ਸੁਣਾਉਣਾ, ਮੇਰੇ ਕੰਮ 'ਤੇ ਇੱਕ ਪੇਸ਼ੈਂਟ ਆਉਂਦਾ ਹੁੰਦਾ ਸੀਗਾ, ਭਾਰੀ ਸੀ ਬਹੁਤ, ਯੰਗ ਮੁੰਡਾ ਸੀ, 24-25 ਸਾਲ ਦਾ, ਬੜੇ ਨਸ਼ੇ ਕਰਦਾ ਸੀ, ਸਾਰਾ ਕੁਛ ਗਲਤ ਮਾਲਤ, ਦਵਾਈਆਂ ਬੜੀਆਂ ਖਾਂਦਾ ਸੀ। ਅਤੇ ਮੈਂ ਉਹਨੂੰ ਕਿਹਾ ਕਰਾਂ, ਭਰਾਵਾ ਤੂੰ ਛੱਡ ਦੇ। ਕਹਿੰਦਾ ਨਾ, ਮੈਂ ਕਿ ਛੱਡਦਾ, ਮੈਨੂੰ ਕੀ ਲੋੜ ਆ, ਸਹੀ ਤਾਂ ਚੱਲ ਰਿਹਾ। ਕਹਿੰਦਾ ਕਿੱਡੀ ਕੁ ਪ੍ਰੋਬਲਮ, 1-2 ਗੋਲੀਆਂ ਖਾ ਲੈਣਾ। ਉਹਦੇ ਨਾਲ ਬੈਠੇ ਉਹਦੇ ਨਾਲ ਗੱਲਬਾਤ ਕਰੀ। ਮੈਂ ਕਿਹਾ ਵੀ ਹੁਣ ਦੀ ਗੱਲ ਨਹੀਂ, ਜਦੋਂ 60 ਦਾ ਹੋ ਕੇ ਉਦੋਂ ਤੂੰ ਚੰਗਾ ਤੁਰਦਾ ਫਿਰਦਾ ਰਹਿਣਾ, ਜਾਂ ਉਦੋਂ ਬੁੱਕ ਗੋਲੀਆਂ ਦਾ ਖਾਣਾ ਤਾਂ 60 ਦਾ ਹੋ ਗਏ। ਹੁਣ ਤੂੰ ਕੀ ਕਰ ਰਿਹਾ 30 'ਚ, ਇਹ ਉਦੋਂ ਜਾ ਕੇ ਤੈਨੂੰ ਇਹਦੀ ਫੀਸ ਭਰਨੀ ਪੈਣੀ ਹੈ।
ਇਹ ਅੰਗਰੇਜ਼ੀ 'ਚੋਂ ਕਹਿੰਦਾ ਯੂਅਰ ਫਿਊਚਰ ਬੋਡੀ ਸੈਂਡਸ ਦ ਬਿੱਲ। ਤੁਹਾਡੀ ਜਿਹੜੀ ਭਵਿੱਖ ਦੀ ਬੋਡੀ ਹੈ, ਜਿਹੜੀ ਤੁਹਾਡੇ 20 ਸਾਲ ਬਾਅਦ ਤੁਹਾਡਾ ਸਰੀਰ ਨੇ ਹੋਣਾ, 30 ਸਾਲ ਬਾਅਦ ਜਿਹੜਾ ਸਰੀਰ ਨੇ ਹੋਣਾ, ਉਦੋਂ ਬਿੱਲ ਭੇਜਣਾ ਉਹਨੇ ਫਿਰ ਤੁਹਾਨੂੰ। ਤਾਂ ਇਹ ਸਮਝੋ ਅੱਜ ਦੀ ਮਿਹਨਤ ਹੈ। ਇਹਦੇ ਬਾਰੇ ਰਿਸਰਚ ਹੈ ਜੀ, ਕਾਰਡੀਆ ਪ੍ਰੋਜੈਕਟ, ਜਿਹੜਾ ਸ਼ੋਅ ਕਰਦਾ ਜੇ ਤੁਸੀਂ ਹੈਲਥੀ ਬਿਹੇਵੀਅਰ ਯੰਗ ਤੇ ਅਡਲਟਹੁੱਡ ਟਾਈਮ ਤੇ ਰੱਖੋਗੇ ਤਾਂ ਵੱਡੇ ਹੋ ਕੇ ਤੁਹਾਨੂੰ ਹਾਰਟ ਦੇ ਰਿਸਕ, ਕਾਰਡੀਓਵਾਸਕੂਲਰ ਰਿਸਕ ਮਿਡਲ ਏਜ ਦੇ ਵਿੱਚ ਬਹੁਤ ਘੱਟ ਹੋਣਗੇ। ਦੂਜਾ ਹੈਗਾ WHO, ਹੈ ਨਾ। WHO ਨੇ ਕਿਹਾ ਵੀ ਤੰਬਾਕੂ ਦਾ ਸੇਵਨ, ਇਨਐਕਟੀਵਿਟੀ, ਹਿਲਣਾ ਨਹੀਂ, ਵਿਹਲੇ ਪਿਆ ਰਹਿਣਾ, ਹਾਰਮਫੁਲ ਯੂਜ਼ ਆਫ ਅਲਕੋਹਲ, ਰੱਜ ਕੇ ਦਾਰੂ ਪੀਣੀ, ਐਂਡ ਪੂਅਰ ਡਾਈਟ, ਤੇ ਮਾੜਾ ਖਾਣਾ। ਮਾੜੇ ਖਾਣੇ ਤੋਂ ਮਤਲਬ ਤਲੀਆਂ ਚੀਜ਼ਾਂ, ਗੰਦ ਮੰਦ ਬਾਹਰੋਂ ਖਾਣਾ, ਹੈ ਨਾ। ਡਰਾਈਵ ਦ ਗਲੋਬਲ NCD ਬਰਡਨ, ਜਿਹਦੇ ਵਿੱਚ ਕੀ ਹੈ, CVD, ਕਾਰਡੀਓਵਾਸਕੂਲਰ ਡਿਸੀਜ਼, ਕੈਂਸਰ, ਰੈਸਪੀਰੇਟਰੀ ਡਿਸੀਜ਼ ਤੇ ਡਾਇਬੀਟੀਜ਼। ਇਹ ਸਾਰੀਆਂ ਚੀਜ਼ਾਂ ਦਾ ਭਾਰ ਜਿਹੜਾ ਦੁਨੀਆ ਤੇ ਪੈ ਰਿਹਾ ਹੈ, ਇਹ ਆਹ ਚੀਜ਼ਾਂ ਕਰ ਰਹੀਆਂ ਕਿਹੜੀਆਂ? ਤੰਬਾਕੂ, ਲੇਟੇ ਰਹਿਣਾ, ਦਾਰੂ ਪੀਣੀ ਤੇ ਮਾੜਾ ਖਾਣਾ ਖਾਣਾ, ਹੈ ਨਾ। ਇਹ ਜਿਹੜਾ ਹੈਗਾ ਤੁਸੀਂ ਇਹ WHO ਦੀ ਆਰਗੇਨਾਈਜੇਸ਼ਨ ਤੇ ਜਾ ਕੇ ਪੂਰਾ ਡਾਕੂਮੈਂਟ ਉੱਥੋਂ ਪੜ੍ਹ ਸਕਦੇ ਹੋ। ਪਰ ਮੋਟੀ ਗੱਲ ਇਹ ਹੈ ਵੀ ਭਾਈ ਜੀ ਇਹ ਚੀਜ਼ਾਂ ਕਰੋਗੇ ਤਾਂ ਬਿਪਤਾ ਤੁਹਾਨੂੰ ਤਾਂ ਪੈਣੀ ਪੈਣੀ ਹੈ, ਪੂਰੇ ਇਨਫਰਾਸਟ੍ਰਕਚਰ ਤੇ ਵੀ ਇਹਦੇ ਨਾਲ ਬਿਪਤਾ ਪੈਂਦੀ ਹੈ। ਕਰ ਕੀ ਸਕਦੇ ਹਾਂ ਬਾਈ? ਇਹ ਤਾਂ ਤੂੰ ਦੱਸਦਾ। ਸਿੰਪਲ ਚੀਜ਼ਾਂ, 3/20 ਰੂਲ ਆ, 3 ਸੈਸ਼ਨ 20 ਮਿੰਟ ਦੇ ਹਫ਼ਤੇ 'ਚ ਘੱਟੋ ਘੱਟ ਕੱਢੋ। ਇਹ ਮਿਨੀਮਮ ਹੈ, ਵੈਸੇ ਤਾਂ 150 ਮਿੰਟ ਉਹਨਾਂ ਨੇ ਕਿਹਾ ਹੋਇਆ ਨਾ। ਨਾਲ 3 ਦਿਨ ਇਹ ਤੇ ਚੌਥੇ ਦਿਨ ਤੁਰ ਪਓ। ਪਲੇਟ ਆਡਿਟ, ਆਪਾਂ ਆਡਿਟ ਕਰਦੇ ਹਾਂ, ਆਪਣੇ ਇੰਸਪੈਕਟਰ ਆਉਂਦੇ ਨੇ, ਆਪਣੀ ਪਲੇਟ ਦਾ ਆਡਿਟ ਆਪ ਕਰੋ। ਅੱਧੀ ਪਲੇਟ ਕਹਿੰਦੇ ਤੁਹਾਡੀ ਸਬਜ਼ੀਆਂ ਦੀ ਹੋਣੀ ਚਾਹੀਦੀ ਹੈ। ਮੈਂ ਤਾਂ ਵੈਜੀਟੇਰੀਅਨ ਹਾਂ, ਇਹ ਨਾਨ ਵੈਜ ਵਾਸਤੇ ਵੀ ਹੈ ਵੀ ਅੱਧੀ ਪਲੇਟ ਤੁਹਾਡੀ ਸਬਜ਼ੀਆਂ ਦੀ ਹੋਣੀ ਚਾਹੀਦੀ ਹੈ। 1 ਕੁਆਟਰ ਜਿਹੜਾ ਉਹ ਪ੍ਰੋਟੀਨ ਦਾ ਹੋਣਾ ਚਾਹੀਦਾ, 1 ਕੁਆਟਰ ਜਿਹੜਾ ਕੰਪਲੈਕਸ ਕਾਰਬਸ ਦਾ ਹੋਣਾ ਚਾਹੀਦਾ, ਤੇ ਪਾਣੀ ਦਾ ਗੋਲ ਜਿਹੜਾ ਉਹ ਬੋਤਲ ਨਾਲ ਸੈੱਟ ਕਰਨਾ ਹੈ, ਵਿਲ ਪਾਵਰ ਨਾਲ ਨਹੀਂ। ਕਿੰਨੀਆਂ ਬੋਤਲਾਂ ਪਾਣੀ ਦੀਆਂ ਪੀਣੀਆਂ? ਛੋਟੇ ਨੇ ਕਹਿੰਦੇ ਮੈਂ 7 ਠੰਡੇ ਪੀ ਗਿਆ, ਮੈਂ ਵੱਡੀ 1.5 ਲੀਟਰ ਵਾਲੀ ਕੋਕ ਦੀ ਬੋਤਲ ਪੀ ਗਿਆ। ਉਵੇਂ ਪ੍ਰਾਈਡ ਲਓ ਪਾਣੀ ਪੀਣ 'ਚ ਵੀ। ਮੈਂ 2, ਆਹ ਮੇਰੀ ਬੋਤਲ ਹੈ, ਮੈਂ 2 ਪੀ ਜਾਂਦਾ, ਆਹ ਮੇਰੀ ਬੋਤਲ ਹੈ, ਮੈਂ 3 ਪੀ ਜਾਣਾ ਦਿਨ ਦੀਆਂ। ਉਸ ਤਰੀਕੇ ਨਾਲ ਆਪਣਾ ਗੋਲ ਸੈੱਟ ਕਰੋ। 20 ਦੇ ਵਿੱਚ ਜਿਹੜਾ ਡਿਸਿਪਲਿਨ ਹੈ ਉਹ 50 ਦੇ ਵਿੱਚ ਆਜ਼ਾਦੀ ਲੈ ਕੇ ਆਊਗਾ। ਅਗਲੀ ਇੱਕ ਬਹੁਤ ਹੀ ਇੰਟਰਸਟਿੰਗ ਚੀਜ਼ ਜਿਹੜੀ 20 ਤੋਂ 30 ਦੇ ਵਿੱਚ ਆਪਾਂ ਨੂੰ ਚਾਹੀਦੀ ਨਹੀਂ ਹੈ, ਲੈ ਤੁਹਾਨੂੰ ਅਕਸਰ ਬਾਹਰ ਜਰਮਨੀ, ਯੂਰਪ ਤੋਂ ਆਏ ਅੰਕਲ ਉਹ ਮਿਲ ਜਾਣਗੇ ਜਿਹੜੇ ਵੱਡੀ ਉਮਰ ਦੇ ਨੇ, ਜਿਹੜੇ ਕਹਿਣਗੇ ਵੀ ਕਾਕਾ ਤੁਸੀਂ ਤਾਂ ਸੁਖ ਲਓ, ਜਦੋਂ ਅਸੀਂ ਤੁਹਾਡੀ ਉਮਰ ਦੇ ਸੀ ਅਸੀਂ 20 ਘੰਟੇ ਕੰਮ ਕਰਦੇ ਸੀ, 4 ਘੰਟੇ ਸੌਂਦੇ ਸੀ। ਅੱਜ ਉਹ ਸਾਰੇ ਅੰਕਲ ਸੈਡਲੀ ਕਿਸੇ ਨਾ ਕਿਸੇ ਹੈਲਥ ਕੰਡੀਸ਼ਨ ਤੋਂ ਸਫਰ ਕਰ ਰਹੇ ਨੇ। ਹਾਂ, ਪੈਸਾ ਵਧੀਆ ਕਮਾ ਲਿਆ, ਮਿਹਨਤ ਬੜੀ ਕਰੀ ਹੈ, ਪਰ ਕਿਉਂਕਿ ਉਦੋਂ ਇਹ ਨੌਲੇਜ ਹੈ ਨਹੀਂ ਸੀ। ਜੋ ਨੈਟਫਲਿਕਸ ਦਾ ਜਦੋਂ ਚਸਕਾ ਲੱਗਦਾ, ਨੈਟਫਲਿਕਸ ਦੇਖੀਏ, ਸੌਂ ਜਾਓ, ਕੁਛ ਨਹੀਂ ਨਿਕਲਣਾ, ਕੱਲ੍ਹ ਨੂੰ ਵੀ ਉੱਥੇ ਹੀ ਆਓ। ਉਹ ਤਾਂ ਪੌਜ਼ ਹੁੰਦੀ ਹੈ, ਫਿਰ ਕਾਹਨੂੰ ਸਾਰੀ ਅੱਜ ਦੇਖਣੀ, ਹੈ ਨਾ। ਨੈਟਫਲਿਕਸ ਪਹਿਲਾਂ ਤਾਂ ਹੀ ਲਈ ਸੀ ਨਾ ਵੀ ਇਹਨੂੰ ਪੌਜ਼ ਕਰ ਸਕਦੇ ਹਾਂ, ਹੁਣ ਇਹ ਲੱਗਦਾ ਪੌਜ਼ ਨਹੀਂ ਹੁੰਦੀ। ਨੈਟਫਲਿਕਸ ਦਾ ਸਭ ਤੋਂ ਵੱਡਾ ਕੰਪੀਟੀਟਰ ਹੈਗਾ ਸਲੀਪ। ਤਾਂ ਹੀ ਤਾਂ ਤੁਹਾਨੂੰ ਕਹਿੰਦੇ ਵੀ ਛੇਤੀ ਅਗਲਾ ਚੱਲ ਪਿਆ, ਹੈ ਨਾ। ਨੰਬਰਿੰਗ ਵੀ ਨਹੀਂ ਆਉਂਦੀ ਪੁਰਾਣੀਆਂ ਫਿਲਮਾਂ ਵਾਂਗੂ, ਹੁਣ ਪਹਿਲਾਂ ਹੀ ਆ ਜਾਂਦਾ ਕੰਮ। ਹੁਣ ਸਲੀਪ ਦਾ ਕੀ ਆ? ਸਲੀਪ ਦੇ ਨਾਲ ਤੁਹਾਡੀ ਮੈਮਰੀ, ਤੁਹਾਡੇ ਹਾਰਮੋਨਸ ਤੇ ਤੁਹਾਡੇ ਇਮਿਊਨ ਫੰਕਸ਼ਨ ਦੀ ਜਿਹੜੀ ਸਟਰੈਂਥ ਹੈ ਉਹ ਬੈਟਰ ਹੁੰਦੀ ਹੈ ਨਾ। ਹਾਂਜੀ, ਹਾਰਵਰਡ ਦੀ ਸਟੱਡੀ ਆ, ਹਾਰਵਰਡ ਦੀ ਸਟੱਡੀ ਤੁਹਾਨੂੰ ਕਲੀਅਰਲੀ ਦੱਸ ਰਹੀ ਹੈਗੀ ਵੀ ਜੇ ਤੁਸੀਂ ਚੱਜ ਨਾਲ ਨਹੀਂ ਸੌਂਦੇ, ਕ੍ਰੋਨਿਕ ਸ਼ਾਰਟ ਸਲੀਪ ਵੀ ਲਗਾਤਾਰ ਲੰਬੇ ਸਮੇਂ ਤੱਕ ਐਰੈਟਿਕ ਥੋੜੇ ਘੰਟੇ ਸੌਣ ਵਾਲੀ ਸਲੀਪ ਆ, ਤਾਂ ਉਹਦੇ ਨਾਲ ਓਬੇਸਿਟੀ, ਮੋਟਾਪਾ, ਡਾਇਬੀਟੀਜ਼ ਤੇ ਹਾਰਟ ਦੇ ਰਿਸਕ ਤੇ ਡਿਪਰੈਸ਼ਨ ਤੇ ਇਹਦੇ ਨਾਲ ਤੁਹਾਡੀ ਲਰਨਿੰਗ ਤੇ ਤੁਹਾਡੀ ਜੱਜਮੈਂਟ, ਇਹਨਾਂ ਚੀਜ਼ਾਂ ਤੇ ਅਸਰ ਪੈਂਦਾ। ਇਸ ਹਫ਼ਤੇ ਤੁਸੀਂ ਕੀ ਕਰੋਗੇ? ਇਸ ਹਫ਼ਤੇ ਤੁਸੀਂ ਪ੍ਰੈਕਟਿਸ ਕਰੋ ਕੁਝ ਚੀਜ਼ਾਂ। ਸੌਣ ਤੋਂ 90 ਮਿੰਟ ਪਹਿਲਾਂ ਕੋਈ ਹੈਵੀ ਖਾਣਾ ਨਹੀਂ, ਕੋਈ ਬ੍ਰਾਈਟ ਸਕਰੀਨ ਨਹੀਂ, ਕੋਈ TV ਨਹੀਂ, 90 ਮਿੰਟ ਤੇ ਫਿਕਸ ਟਾਈਮ ਤੇ ਉੱਠਣਾ। 1 ਹਫ਼ਤਾ ਤੁਸੀਂ ਦੇਖੋ ਤੁਹਾਨੂੰ ਕਿੰਨਾ ਫਰਕ ਪੈ ਜਾਣਾ ਇਹਦੇ ਨਾਲ। 2 ਮਿੰਟ ਰੂਲ ਐਟ ਨਾਈਟ, ਹੈ ਨਾ। ਇਫ ਯੂਰ ਬ੍ਰੇਨ ਇਜ਼ ਰੇਸਿੰਗ, ਜੇ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਖਿਆਲ ਆ ਰਹੇ ਨੇ, ਖਲਾਰਾ ਪਿਆ ਹੈ ਦਿਮਾਗ ਦੇ ਵਿੱਚ, ਤਾਂ ਬਹੁਤ ਹੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਤੁਸੀਂ 2 ਮਿੰਟ ਦੇ ਲਈ ਜੋ ਦਿਮਾਗ 'ਚ ਆ ਰਿਹਾ, ਜੋ ਰੌਲਾ ਪੈ ਰਿਹਾ, ਉਹਨੂੰ ਪੇਪਰ 'ਤੇ ਲਿਖ ਲਓ, ਉਹਨੂੰ ਬ੍ਰੇਨ ਡੰਪ ਕਹਿ ਦਿਓ, ਹੈ ਨਾ। ਇਹਦੇ ਨਾਲ ਤੁਸੀਂ ਉਹ ਲੂਪ ਨੂੰ ਬ੍ਰੇਕ ਕਰੋਗੇ ਤੇ ਉਸ ਤੋਂ ਬਾਅਦ ਬਸ ਇਹ ਸੋਚੋ ਵੀ ਮੈਂ ਲਿਖਤਾ, ਕੱਲ੍ਹ ਨੂੰ ਦੇਖੂ, ਹੁਣ ਸੌਂ ਜਾਓ। ਤੁਸੀਂ ਸੌਣ ਨਾਲ ਟਾਈਮ ਨਹੀਂ ਲੂਜ਼ ਕਰਦੇ। ਆਪਾਂ ਨੂੰ ਲੱਗਦਾ ਵੀ ਮੈਂ ਮੇਰੇ ਕੋਲ ਸੌਣ ਦਾ ਟਾਈਮ ਹੀ ਕਿੱਥੇ ਆ, ਨਾ। ਤੁਸੀਂ ਰੱਜ ਕੇ ਸੌਂ, ਜਿੰਨਾ ਟਾਈਮ ਤੁਹਾਡਾ ਦਿਨ 'ਚ ਹੋਊਗਾ ਤੁਸੀਂ ਉਹਦੀ ਪ੍ਰੋਡਕਟੀਵਿਟੀ ਵਧਾਓਗੇ, ਠੀਕ ਆ। 8 ਘੰਟੇ ਸੌਂ ਕੇ ਤੁਸੀਂ ਇੰਨੀ એનર્ਜੀ ਦਿਓਗੇ ਵੀ ਅਗਲੇ 16 ਘੰਟੇ ਤੁਸੀਂ ਹਰੇਕ ਜੰਗ ਜ਼ਿੰਦਗੀ ਦੀ ਹਿੱਕ ਠੋਕ ਕੇ ਜਿੱਤ ਸਕਦੇ ਹੋ। ਇਹ ਬਹੁਤ ਜ਼ਰੂਰੀ ਹੈ ਸੌਣਾ। ਰਿਸ਼ਤੇ 20 ਤੋਂ 30 ਦੇ ਵਿੱਚ ਰਿਸ਼ਤਿਆਂ ਦੀ ਕਦਰ ਹੈ ਜਿਹੜੀ ਉਨੀ ਨਹੀਂ ਸਮਝਦੇ। ਜਿਵੇਂ ਉਮਰ 15 ਤੋਂ 25 ਤੱਕ ਖਾਸ ਕਰ, ਉਹ ਤੋਂ ਬਾਅਦ ਥੋੜੀ ਸਮਝ ਆਉਣ ਲੱਗ ਜਾਂਦੀ ਹੈ। ਇਹ ਸਮਝਣਾ ਚਾਹੀਦਾ ਵੀ ਕਿਹੜੇ ਰਿਸ਼ਤੇ ਨਿਭਾਉਣੇ ਜ਼ਰੂਰੀ ਨੇ, ਰਿਸ਼ਤਿਆਂ ਦੇ ਵਿੱਚ ਅਸੀਂ ਕਿੱਥੇ ਖੜੇ ਹਾਂ, ਕਿਉਂ ਇਹ ਰਿਸ਼ਤੇ ਨੇ ਜਿਹੜੇ ਮੇਰੇ ਤੋਂ ਦੂਰ ਹੋ ਰਹੇ ਨੇ, ਹੈ ਨਾ। ਇਹਦੇ ਬਾਰੇ ਮੈਂ ਥੋੜ੍ਹੀ ਜਿਹੀ ਰਿਸਰਚ, ਮੈਂ ਸਾਰੀ ਗੱਲ ਅੱਜ ਰਿਸਰਚ ਦੀ ਪੂਰੀ ਯੂਨੀਵਰਸਿਟੀ ਰਿਸਰਚ ਲੈ ਕੇ ਆਇਆ ਸਾਰੀ ਚੀਜ਼ ਦੀ, ਕਿਉਂਕਿ ਇਮੋਸ਼ਨਲ ਗੱਲਾਂ ਨਾਲੋਂ ਚੰਗਾ ਤੁਹਾਨੂੰ ਫੈਕਚੁਅਲ ਗੱਲਾਂ ਦਈਏ, ਉਹਦੇ ਨਾਲ ਜ਼ਿਆਦਾ ਸਿੱਖਣ ਨੂੰ ਮਿਲਦਾ। ਹਾਂਜੀ, ਲੈਂਡਮਾਰਕ ਮੈਟਾ ਐਨਾਲਿਸਿਸ 148 ਸਟੱਡੀਜ਼, 148 ਡਿਫਰੈਂਟ ਸਟੱਡੀਜ਼ ਵਰਲਡ ਦੇ ਵਿੱਚ ਹੋਈਆਂ, ਉਹਨਾਂ ਦਾ ਜਿਹੜਾ ਮੈਟਾ ਐਨਾਲਿਸਿਸ ਹੈ ਉਹ ਕਹਿੰਦਾ ਵੀ ਸੋਸ਼ਲ ਰਿਲੇਸ਼ਨਸ਼ਿਪ ਨੇ ਜਿਹੜੇ ਨਾ, ਹੈ ਨਾ, ਇਹਦੇ ਨਾਲ 50% ਤੁਹਾਡਾ ਚਾਂਸ ਵੱਧ ਜਾਂਦਾ ਸਰਵਾਈਵਲ ਦਾ।
ਹੈ ਨਾ। ਜਿਹੜੇ ਬੰਦਿਆਂ ਦੇ ਰਿਸ਼ਤੇ ਵੀਕ ਨੇ, ਜਿਨ੍ਹਾਂ ਦੇ ਸੋਸ਼ਲ ਰਿਸ਼ਤੇ ਹੈ ਨਹੀਂ, ਸਮਾਜਿਕ ਰਿਸ਼ਤੇ ਹੈ ਨਹੀਂ, ਉਹਨਾਂ ਦਾ 50% ਰਿਸਕ ਵੱਧ ਹੈ ਇਸ ਧਰਤੀ ਤੋਂ ਛੇਤੀ ਜਾਣ ਦਾ ਉਹਨਾਂ ਨਾਲੋਂ ਜਿਨ੍ਹਾਂ ਦੇ ਰਿਸ਼ਤੇ ਮਜ਼ਬੂਤ ਨੇ, ਹੈ ਨਾ। ਇਹ ਸਟੱਡੀ ਵੀ ਮੇਰੇ ਕੋਲੇ ਲਿੰਕ ਪਿਆ, ਹੈ ਨਾ। ਤਾਂ ਚੂਜ਼ ਯੂਰ ਪੀਪਲ ਲਾਈਕ ਯੂ ਵੁੱਡ ਚੂਜ਼ ਯੂਰ ਡਾਈਟ। ਬਹੁਤ ਸੋਹਣੀ ਗੱਲ ਆ ਵੀ ਬੰਦੇ ਵੀ ਉਵੇਂ ਚੂਜ਼ ਕਰੋ ਜਿਵੇਂ ਤੁਸੀਂ ਡਾਈਟ ਚੂਜ਼ ਕਰਦੇ ਹੋ। ਕੀ ਖਾਣਾ ਹੈ, ਕਿਹਦੇ ਨਾਲ ਬਹਿ ਕੇ ਗੱਲਾਂ ਮਾਰਨੀਆਂ, ਦੋਨੇ ਚੀਜ਼ਾਂ ਉਨੀਆਂ ਹੀ ਜ਼ਰੂਰੀ ਨੇ। ਤਾਂ ਇੱਥੋਂ ਚੀਜ਼ ਫਿਰ ਬਣਦੀ ਹੈ ਨਾ। ਮਾਈਂਡਸੈਟ ਇਜ਼ ਪਲਾਸਟਿਕ ਨਾਟ ਮੈਜਿਕ, ਇਹ ਅਗਲਾ ਪੁਆਇੰਟ ਆ। ਲਾਰਜ ਸਕੇਲ ਵਰਕ, ਹੈ ਨਾ, ਜਿਵੇਂ ਕਿ ਦ ਨੇਚਰ 2019 ਨੈਸ਼ਨਲ ਐਕਸਪੈਰੀਮੈਂਟ, ਅਮਰੀਕਾ ਦੀ ਸਟੱਡੀ ਹੈ ਜੀ। ਇਹ ਸ਼ੋਅ ਕਰਦੀ ਹੈ ਵੀ ਗਰੋਥ ਮਾਈਂਡਸੈਟ ਇੰਟਰਵੈਂਸ਼ਨ ਜਿਹੜੀ ਹੈ ਨਾ, ਮਾਈਂਡਸੈਟ ਮੈਜਿਕ ਨਹੀਂ ਹੈਗਾ, ਉਹ ਪਲਾਸਟਿਕ ਹੈ। ਮੈਜਿਕ ਹੈ ਨਹੀਂ ਵੀ ਐਂ ਕੰਮ ਕੀਤਾ ਤੇ ਮਾਈਂਡਸੈਟ ਬਦਲ ਗਿਆ, ਚੀਜ਼ਾਂ ਬਦਲ ਗਈਆਂ, ਜ਼ਿੰਦਗੀ ਸੈੱਟ ਹੋ ਗਈ। ਮਾਈਂਡਸੈਟ ਪਲਾਸਟਿਕ ਆ। ਪਲਾਸਟਿਕ ਨੂੰ ਤੁਸੀਂ ਹੌਲੀ ਹੌਲੀ ਮੋਲਡ ਕਰਦੇ ਰਹਿੰਦੇ ਹੋ, ਮੋਲਡ ਕਰਦੇ ਰਹਿੰਦੇ ਹੋ, ਮੋਲਡ ਕਰਦੇ ਰਹਿੰਦੇ ਹੋ, ਉਹ ਸ਼ੇਪ ਲੈ ਲੈਂਦਾ ਨਵੀਂ। ਕਿਸੇ ਵੀ ਸ਼ੇਪ 'ਚ ਢਾਲ ਸਕਦੇ ਹੋ ਪਲਾਸਟਿਕ ਨੂੰ, ਹੈ ਨਾ, ਸੇਕ ਦੇ ਕੇ 50 ਤਰੀਕਿਆਂ ਨਾਲ, ਮਸ਼ੀਨਾਂ ਨਾਲ, ਪਰ ਥੋੜ੍ਹਾ ਜਿਹਾ ਸਮਾਂ ਲੱਗਦਾ ਹੈ। ਇਸੇ ਤਰ੍ਹਾਂ ਹੀ ਮਾਈਂਡਸੈਟ ਬਣਾਉਣ ਦੇ ਵਿੱਚ ਸਮਾਂ ਲੱਗਦਾ ਹੈ। ਪਹਿਲੇ ਦਿਨ ਹੀ ਪੂਰੀ ਦੀ ਪੂਰੀ ਚੇਂਜ ਨਹੀਂ ਆਊਗੀ। ਅਟੋਮਿਕ ਹੈਬਿਟ ਵਾਲੇ ਵਾਂਗੂ ਰੋਜ਼ ਦੀ 1% ਚੇਂਜ ਵੀ ਹੋਣ ਲੱਗ ਗਈ ਤਾਂ ਚੀਜ਼ਾਂ ਬਿਹਤਰ ਹੋਣ ਲੱਗ ਜਾਣਗੀਆਂ, ਤੇ ਅੱਗੇ ਅੱਗੇ ਚੀਜ਼ਾਂ ਇੰਨੀਆਂ ਬੈਟਰ ਹੋ ਜਾਣੀਆਂ ਵੀ ਤੁਸੀਂ ਕਹੋਗੇ ਯਾਰ ਨਜ਼ਾਰਾ ਆ ਗਿਆ। ਠੀਕ ਹੈ ਜੀ। ਤਾਂ ਇਹ ਕਾਫੀ ਇੰਟਰਸਟਿੰਗ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ, ਪਰ ਮੇਰੀ ਰਿਕੁਐਸਟ ਇਹ ਹੁੰਦੀ ਹੈ ਵੀ ਜਦੋਂ ਮੈਂ ਚੀਜ਼ਾਂ ਦੱਸਦਾ ਤੁਸੀਂ ਇਹਨਾਂ ਨੂੰ ਸਮਝੋ। ਹੁਣ ਇਹਦੇ ਵਿੱਚ ਪ੍ਰੈਕਟਿਸ ਕੀ ਹੈ ਰਿਸ਼ਤਿਆਂ ਦੇ ਵਿੱਚ? ਇਹਦਾ ਪਹਿਲਾ ਹੈਗਾ ਸਰਕਲ ਆਡਿਟ। ਸਰਕਲ ਆਡਿਟ ਦਾ ਮਤਲਬ ਕੀ ਹੈ? ਕਹਿੰਦਾ ਲਿਸਟ 5 ਪੀਪਲ ਹੂ ਲੀਵਸ ਯੂ ਕਲੀਅਰ, ਕਾਈਂਡਰ, ਸਟਰੋਂਗਰ। 5 ਬੰਦੇ ਉਹ ਲੱਭੋ ਜਿਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਤੁਹਾਨੂੰ ਕਲੈਰਿਟੀ ਆਉਂਦੀ ਹੈ, ਤੁਹਾਡੇ 'ਚ ਦਿਆਲੂਪਣਾ ਜ਼ਿਆਦਾ ਆਉਂਦਾ, ਤੇ ਤੁਸੀਂ ਆਪਣੇ ਆਪ ਨੂੰ ਤਾਕਤਵਰ ਫੀਲ ਕਰਦੇ ਹੋ। ਕੌਣ ਨੇ ਉਹ 5 ਲੋਕ ਤੁਹਾਡੇ ਆਲੇ ਦੁਆਲੇ? ਜੋ ਨਹੀਂ ਹੈਗੇ ਫਿਰ ਤਾਂ ਵੱਡੀ ਪ੍ਰੋਬਲਮ ਹੈ। ਜੋ ਹੈਗੇ ਉਹਨਾਂ ਨਾਲ ਜਿੰਨਾ ਤੁਹਾਨੂੰ ਮੈਂ ਬਹਿਣਾ ਉੱਠਦਾ ਤੁਹਾਡਾ ਪਹਿਲਾਂ ਉਹਨੂੰ ਡਬਲ ਕਰੋ, ਵਧਾਓ, ਹੋਰ ਬੰਦੇ ਨੂੰ ਵੱਧ ਤੋਂ ਵੱਧ ਮਿਲੋ ਤੇ ਦੂਜਿਆਂ ਤੋਂ ਪਾਸੇ। ਦੂਜੀ ਚੀਜ਼ ਹੈਗੀ ਆ ਵਨ ਗਰੋਥ ਰੈਪੀਟੇਸ਼ਨ, ਹੈ ਨਾ। ਇੱਕ ਸਕਿੱਲ ਪਿਕ ਕਰ ਲਓ, ਕੋਈ ਵੀ ਇੱਕ ਸਕਿੱਲ ਤੁਸੀਂ ਪਿਕ ਕਰੋ, ਕਿਹੜੀ ਮਰਜ਼ੀ, ਹੈ ਨਾ, ਜਿਹੜੀ ਤੁਹਾਨੂੰ ਲੱਗਦਾ ਵੀ ਹਜੇ ਮੇਰੇ ਤੋਂ ਹੁੰਦੀ ਨਹੀਂ। ਇੱਕ ਸਕਿੱਲ ਪਿਕ ਕਰੋ ਜਿਹੜੀ ਹਜੇ ਲੱਗਦਾ ਮੇਰੇ ਤੋਂ ਹੁੰਦੀ ਨਹੀਂ। ਤੁਸੀਂ 30 ਮਿੰਟ ਦਾ ਡੈਲੀਬਰੇਟ ਬਲੌਕ, 30 ਮਿੰਟ ਦਾ ਪੱਕਾ ਬਲੌਕ ਰੋਜ਼ ਫੋਨ ਦੇ ਵਿੱਚ ਰਿਮਾਈਂਡਰ ਦੇ ਰੂਪ 'ਚ ਹੁਣੇ ਪਾ ਦਿਓ। ਹਰ ਰੋਜ਼ 30 ਮਿੰਟ ਤੁਸੀਂ ਉਸ ਸਕਿੱਲ 'ਤੇ ਕੰਮ ਕਰਨਾ ਹੀ ਕਰਨਾ। ਮਹੀਨਾ ਕੰਮ ਕਰਿਓ, ਤੁਸੀਂ ਮੈਨੂੰ ਫੋਨ ਲਾ ਕੇ ਦੱਸ ਦਿਓ ਬਾਈ ਕੀ ਤਰੱਕੀ ਹੋਈ। ਠੀਕ ਆ, ਐਸੇ ਵੀਡੀਓ ਥੱਲੇ ਪਾਇਓ। ਹੁਣ ਜਿਵੇਂ ਮਹਾਰਾਜ ਨੇ ਕਿਹਾ ਵੀ ਮਨ ਜੀਤਾ ਜਗ ਜੀਤਾ, ਗੱਲ ਮਨ ਨੂੰ ਜਿੱਤਣ ਦੀ ਆ। ਮਨ ਤਾਂ ਕਹਿੰਦਾ ਨੈਟਫਲਿਕਸ ਦੇਖ, ਮਨ ਤਾਂ ਕਹਿੰਦਾ ਹਰੇਕ ਨੂੰ ਪੁੱਠਾ ਬੋਲ, ਮਨ ਤਾਂ ਕਹਿੰਦਾ ਚੱਕ ਕੇ ਆ ਮਿੱਠਾ ਖਾ ਲਾ, ਫਲਾਨਾ ਖਾ ਲਾ, ਫਲਾਣੇ ਦੇ ਸਮੋਸੇ, ਫਲਾਣੇ ਦੇ ਬਲੌਗਰ ਬਥੇਰੇ ਨੇ ਜਿਹੜੇ ਤੁਹਾਨੂੰ ਉਹ ਪਲਾਸਟਿਕ ਦੇ ਬੈਗ ਸਿੱਧੇ ਲਿਆ ਕੇ ਉਹਨੇ ਤੇਲ ਵਾਲੇ ਕੜਾਹੇ 'ਚ ਖੋਲ੍ਹ ਤੇ ਵਿੱਚ ਹੀ ਪਾਤੇ ਪਤੰਦਰ ਨੇ, ਤੇ ਆਪਾਂ ਉਹ ਕਹਿੰਦੇ ਵਾਹ ਜੀ ਵਾਹ 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 ਕਿਆ ਕਿਆ ਉਹ ਪਲਾਸਟਿਕ ਵੀ ਤਾਂ ਪਤੰਦਰ ਨਾਲ ਹੀ ਖਾ ਲਈ। ਉਹ ਤੁਹਾਨੂੰ ਗੱਲ ਸੁਣਾਉਣਾ ਇੱਕ ਥੋੜ੍ਹਾ ਜਿਹਾ ਆਫ ਟੋਪਿਕ, ਹਾਸੇ ਵਾਲੀ ਗੱਲ ਆ, ਕਦੇ ਕਦੇ ਸੁਣਾ ਦੇਣੀ ਚਾਹੀਦੀ। ਸਾਡੇ ਪਿੰਡ ਨਾ ਬਹੁਤ ਪੁਰਾਣੀ ਗੱਲ ਹੈ, ਲੱਗਦਾ ਵੀ 97-98 ਦੀ ਗੱਲ ਹੋਣੀ ਸ਼ਾਇਦ, ਇਹ ਬਹੁਤ ਛੋਟਾ ਸੀ ਮੈਂ ਉਦੋਂ, ਵੀ 8ਵੀਂ 9ਵੀਂ 'ਚ ਹੋਣਾ, ਹੈ ਨਾ। ਤਾਂ ਉਦੋਂ ਫਿਰ ਸਭਾ ਵੇਲੇ ਜਦੋਂ ਆਪਣੇ ਹੁਣ ਸਭਾ ਹੋਣੀ ਕਹਾ ਨਾ, ਸਭਾ ਵੇਲੇ ਪ੍ਰੋਗਰਾਮ ਜ਼ੋਰਾਂ 'ਤੇ ਹੁੰਦਾ, ਮਾਹੌਲ ਉਦੋਂ ਜਿਹੜੀ ਧਾਰਮਿਕ ਭਾਵਨਾਵਾਂ ਅਤੇ ਉਹ ਜਿਹੜਾ ਮਾਹੌਲ ਆ ਉਦੋਂ ਦਾ ਉਹ ਪ੍ਰਾਈਮ 'ਤੇ ਹੁੰਦਾ। ਅਤੇ ਉਦੋਂ ਬਾਅਦ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਤੋਂ ਬਾਅਦ ਸਭਾ ਦੇ ਵਿੱਚ ਉਦੋਂ ਬਹੁਤ ਜ਼ਿਆਦਾ ਮਾਹੌਲ ਉਵੇਂ ਦਾ ਹੁੰਦਾ। ਤਾਂ ਉਦੋਂ ਰੋਜ਼ ਸਵੇਰੇ ਨਾ ਚਾਹ ਬਣਨੀ ਗੁਰੂ ਘਰ। ਪਿੰਡ ਦੇ ਲੰਗਰ ਰੈਗੂਲਰ ਨਹੀਂ ਹੁੰਦੇ, ਪਿੰਡ ਦਾ ਲੰਗਰ ਕਦੇ ਕਦੇ ਹੁੰਦਾ, ਹੈ ਨਾ। ਤਾਂ ਤੜਕੇ ਆਸਾ ਦੀ ਵਾਰ ਲੱਗਣੀ ਅਤੇ ਫਿਰ ਚਾਹ ਸਾਰਿਆਂ ਨੇ ਬਣਾਉਣੀ, ਚਾਹ ਛਕਣੀ। ਤਾਂ ਉਹ ਜਦੋਂ ਉੱਥੇ ਭਾਈ ਹੋਇਆ ਕਿ ਇੱਕ ਦਿਨ ਜਦੋਂ ਚਾਹ 'ਚ ਮਿੱਠਾ ਪਾਉਣ ਲੱਗੇ, ਉਹ ਪੰਡਤ ਜੀ ਦੁਕਾਨ ਤੋਂ ਜਦੋਂ ਮਿੱਠਾ ਲਿਆਏ ਤਾਂ ਉਹ ਮੋਮਬੱਤੀਆਂ ਵੀ ਲਿਆਏ ਸੀ, ਲਾਈਟ ਲੂਟ ਭੱਜ ਜਾਂਦੀ ਸੀ। ਉਹ ਕਿਤੇ ਹਨੇਰਾ ਸੀ, ਉਹਨਾਂ ਨੇ ਸਾਰਾ ਪਾਤਾ, ਉਹ ਮੋਮਬੱਤੀ ਵਿੱਚ ਹੀ ਪਾਤੀ ਚਾਹ ਦੇ। ਉਹ ਚਾਹ 'ਚ ਮੋਮਬੱਤੀ ਪਿਘਲ ਗਈ। ਉਹ ਹੁਣ ਗਰਮ ਚਾਹ ਦੇ ਉੱਤੇ ਉਹ ਧੰਦਿਆਈ ਵਾਂਗੂ ਤੇਲ ਸੀ, ਉਹ ਆਈ ਜਾਵੇ। ਕਹਿੰਦੇ ਅੱਜ ਬਾਬਿਆਂ ਨੇ ਘਿਓ ਪਾਤਾ ਵੀ ਚਾਹ 'ਚ, ਸਾਰੇ ਛਕ ਗਏ। ਬਾਅਦ 'ਚੋਂ ਪਤਾ ਲੱਗਿਆ ਕਹਿੰਦੇ ਮੋਮਬੱਤੀਆਂ ਵਿੱਚ ਚੱਲਾਂ ਗਈਆਂ, ਲੋਕ ਮੂੰਹ 'ਚ ਉਂਗਲਾਂ ਮਾਰਦੇ ਫਿਰਨ। ਤਾਂ ਇਹ ਸਿਰਫ ਮੈਂ ਤਾਂ ਕਰਕੇ ਦੱਸਿਆ ਵੀ ਕਈ ਵਾਰੀ ਆਪਾਂ ਨੂੰ ਲਾਲਚ ਹੋ ਜਾਂਦਾ ਚੀਜ਼ਾਂ ਦਾ, ਅਤੇ ਉੱਥੇ ਕੰਮ ਖਰਾਬ ਹੋ ਜਾਂਦਾ ਨਾ। ਤਾਂ ਜ਼ਰੂਰ ਹੈ ਵੀ ਮਨ ਜਿੱਤਣਾ ਬਹੁਤ ਜ਼ਰੂਰੀ ਹੈ। ਅਤੇ ਜੇ ਗੁਰੂ ਘਰ ਵੀ ਜਾਣਾ ਤਾਂ ਚਾਹ ਛਕਣ ਦੇ ਮਾਨਸਾ ਨਾਲ ਨਹੀਂ ਜਾਣਾ, ਹੈ ਨਾ। ਇਹ ਸਮਝਣਾ ਵੀ ਮੈਂ ਬਾਣੀ ਪੜ੍ਹਨ ਜਾਣਾ, ਮਹਾਰਾਜ ਨਾਲ ਜੁੜਨ ਜਾਣਾ। ਵੈਸੀ ਗੱਲ ਮੇਰੇ ਦਿਮਾਗ 'ਚ ਆ ਗਈ, ਗੱਲ ਕਰਦੇ ਕਰਦੇ ਪਤਾ ਨਹੀਂ ਕਿੱਥੋਂ ਮੈਂ ਕਿਹਾ ਸ਼ੇਅਰ ਕਰਦਾ। 5ਵੀਂ ਚੀਜ਼ ਆ ਆਪਣਾ ਦਾਇਰਾ, ਸੋਚ ਦਾ ਦਾਇਰਾ ਵੱਡਾ ਕਰੋ। ਹੁਣ ਆਹ ਲੈਂਸ ਆ ਜਿਹੜਾ ਮੈਂ ਲਾਇਆ ਹੋਇਆ, ਮੈਂ ਤੁਹਾਨੂੰ ਐਕਸਪੈਰੀਮੈਂਟ ਕਰਕੇ ਦਿਖਾਉਣਾ। ਹੁਣ ਇਹਦੇ ਵਾਈਡ ਲੈਂਸ ਲੱਗਿਆ ਹੋਇਆ ਕੈਮਰੇ 'ਤੇ, ਅਤੇ ਜੇ ਮੈਂ ਵਾਈਡ ਲੈਂਸ ਲਾਇਆ ਤਾਂ ਤੁਹਾਨੂੰ ਕਾਫੀ ਜ਼ਿਆਦਾ ਇੱਥੇ ਮੇਰੇ ਆਲੇ ਦੁਆਲੇ ਏਰੀਆ ਦਿਖ ਰਿਹਾ ਦੂਰ ਤੱਕ, ਹੈ ਨਾ। ਹੁਣ ਜੇ ਮੈਂ ਵਾਈਡ ਲੈਂਸ ਨੂੰ ਇੱਥੋਂ ਫੜ ਕੇ ਐਂ ਲਾ ਦਾਂ, ਹੈ ਨਾ, ਤਾਂ ਉਹ ਏਰੀਆ ਭੋਰਾ ਘੱਟ ਜਾਊਗਾ। ਉਹਦੇ ਨਾਲ ਮੇਰੇ ਹੱਥ ਦੇਖੋ ਹੁਣ ਇੱਥੇ ਤੱਕ ਪਹਿਲਾਂ ਦਿਖ ਰਹੇ ਸੀਗੇ, ਆਹ ਹੱਥ ਇੱਥੇ ਰੱਖਦਾ, ਤੁਹਾਨੂੰ ਸ਼ਾਇਦ ਫਰਕ ਲੱਗੇ। ਲੱਗਿਆ? ਇੰਨਾ ਕੁ ਫਰਕ ਪਿਆ। ਇੰਨਾ ਕੁ ਵੀ ਜੇ ਦਾਇਰਾ ਆਪਾਂ ਸ਼ੁਰੂ ਵਾਲਾ ਇੰਨਾ ਕੁ ਵੀ ਵਧਾ ਲਈਏ ਤਾਂ ਗਾਹਾਂ ਜਾ ਕੇ ਉਹ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਨਾ। ਤਾਂ ਇਹਦੇ ਬਾਰੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਦਾ ਵੀ ਦਾਇਰਾ ਵੱਡਾ ਕਰਨ ਦੇ ਲਈ ਤੁਸੀਂ ਕੀ ਕਰ ਸਕਦੇ ਹੋ। 3 ਚੀਜ਼ਾਂ ਨੇ ਦਾਇਰਾ ਵੱਡਾ ਕਰਨ ਦੇ ਲਈ। ਸਭ ਤੋਂ ਪਹਿਲੀ ਚੀਜ਼ ਹੈਗੀ ਆ ਮੈਂਟਰਿੰਗ। ਮੈਂਟਰਿੰਗ ਦੇ ਵਿੱਚ ਪਬਮੈਡ ਦੀ ਇੱਕ ਸਟੱਡੀ ਆ, ਉਹ ਕਹਿੰਦਾ 1 ਗੁੱਡ ਮੈਂਟਰ, ਇੱਕ ਚੰਗਾ ਮੈਂਟਰ, ਉਸਤਾਦ ਕਹਿ ਲਓ, ਇੱਕ ਚੰਗਾ ਉਸਤਾਦ
20 ਇੱਧਰ ਉੱਧਰ ਦੇ ਓਪੀਨੀਅਨ ਨੂੰ ਵੀ ਬੇਤੁਕੀਆਂ ਸਲਾਹਾਂ ਨੂੰ ਬੀਟ ਕਰਦਾ। ਤੁਸੀਂ 20 ਬੰਦਿਆਂ ਤੋਂ ਰੈਂਡਮ ਸਲਾਹ ਲਈ, ਪਰ ਜਾਂ ਤੁਸੀਂ ਇੱਕ ਬੰਦਾ ਉਸਤਾਦ ਧਰਿਆ, ਉਹ ਇੱਕ ਬੰਦਾ ਉਹ 20 ਨੂੰ ਮੱਤ ਪਾਉਂਦਾ। ਦੂਜੀ ਚੀਜ਼ ਹੈਗੀ ਵਲੰਟਰਿੰਗ। ਆਪਣੇ ਕਲਚਰ ਦੇ ਵਿੱਚ ਸੇਵਾ ਬਹੁਤ ਜ਼ਿਆਦਾ ਹੈ। ਜਿੰਨੀ ਤੁਸੀਂ ਸੇਵਾ ਕਰ ਲਓਗੇ, ਜਿੰਨੀ ਵੱਧ ਤੋਂ ਵੱਧ ਤੁਸੀਂ ਚੈਰਿਟੀਜ਼ ਦੇ ਨਾਲ, ਹੋਰ ਕਿਸੇ ਵੀ ਅਦਾਰੇ ਦੇ ਨਾਲ ਰਲ ਕੇ ਸੇਵਾ ਕਰ ਲਓਗੇ ਇਸ ਏਜ ਦੇ ਵਿੱਚ, ਜਿਹੜੇ ਮਰਜ਼ੀ ਮੁਲਕ 'ਚੋਂ, ਉਹਨੇ ਤੁਹਾਡਾ ਦਾਇਰਾ ਵੱਡਾ ਕਰਨਾ, ਤੁਹਾਡੀ ਸੋਚ ਖੋਲ੍ਹਣੀ ਆ, ਤੁਹਾਡਾ ਸਕੋਪ ਖੋਲ੍ਹ ਦੇਣਾ। ਤਾਂ 20 ਤੋਂ 30 ਦੇ ਵਿੱਚ ਜਿਹੜੀ ਹੈਗੀ ਆ ਵਲੰਟਰਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਮੇਰੇ ਤਾਂ ਕੰਮ ਹੀ ਵਲੰਟਰਿੰਗ ਤੋਂ, ਮੈਨੂੰ ਇੰਗਲੈਂਡ 'ਚ ਜੋਬ ਨਹੀਂ ਮਿਲਦੀ ਸੀ। ਮੈਂ ਪਹਿਲੇ 15 ਦਿਨ ਵਲੰਟੀਅਰ ਕੰਮ ਕਰਿਆ ਸੀ ਜਾ ਕੇ ਕਿਸੇ ਫਾਰਮੇਸੀ 'ਤੇ। ਉਦੋਂ ਬਾਅਦ ਮੈਨੂੰ ਪਹਿਲੀ ਜੋਬ ਦੀ ਕਾਲ ਆਈ ਸੀ। ਬਾਕੀ ਤਾਂ ਗੱਲਾਂ ਦੂਰ ਦੀਆਂ, ਹੈ ਨਾ। ਤੀਜੀ ਚੀਜ਼ ਹੈਗੀ ਐਕਸਪੋਜਰ। ਅੱਡ ਜਗ੍ਹਾ ਜਾ ਕੇ ਪੜ੍ਹੋ। ਜਿਹੜੇ ਹੁਣ ਬਾਹਰਲੇ ਮੁਲਕਾਂ ਜਾ ਕੇ ਵੈਸੇ ਐਕਸਪੋਜਰ ਵੱਧ ਗਿਆ। ਰਿਸਕ ਲਓ, ਆਸੇ-ਪਾਸੇ ਜਾਓ, ਨਵਾਂ ਕੁਛ ਕਰੋ। ਜੇ ਤੁਸੀਂ ਟਰੈਵਲ ਨਹੀਂ ਕਰ ਸਕਦੇ, ਕਹਿੰਦਾ ਫਿਰ ਵੱਧ ਕਿਤਾਬਾਂ ਪੜ੍ਹੋ ਅਤੇ ਅੱਡ-ਅੱਡ ਕਲਚਰਸ ਦੇ ਵਿੱਚ ਕੰਮ ਕਰੋ। ਹੁਣ ਆਪਣੇ ਕੋਈ ਹਿੰਦੀ ਭਾਸ਼ਾ ਵਾਲਾ ਆ ਗਿਆ, ਕੋਈ ਸਾਊਥ ਦਾ ਆ ਗਿਆ, ਕੋਈ ਹੋਰ ਆ ਗਿਆ, ਪੰਜਾਬ 'ਚ ਬੈਠਣ ਨੂੰ ਵੀ ਇਹ ਨਹੀਂ ਕਹਿਣਾ ਵੀ ਉਹਨੂੰ ਕੀ ਪਤਾ। ਮਹਾਰਾਜ ਨੇ ਕਦੇ ਕਿਸੇ ਨੂੰ ਜੱਜ ਨਹੀਂ ਕਰਿਆ। ਹਰੇਕ ਦਾ ਸਤਿਕਾਰ ਕਰੋ, ਹਰੇਕ ਤੋਂ ਸਿੱਖੋ। ਮੈਂ ਚੇਨਈ ਗਿਆ ਸੀ ਪਿੱਛੇ 2 ਮਹੀਨੇ ਲਾ ਕੇ ਆ। ਮੈਂ ਕਹਿ ਸਕਦਾ ਵੀ ਜਿੰਨਾ ਉੱਥੇ ਜਾ ਕੇ ਮੈਨੂੰ ਇੰਡੀਆ ਬਾਰੇ ਪਤਾ ਲੱਗਿਆ, ਮੈਨੂੰ ਨਹੀਂ ਪਤਾ ਸੀ ਪਹਿਲਾਂ। ਦਿਮਾਗ ਖੁੱਲ੍ਹਾ ਰੱਖੋ, ਹਰੇਕ ਤੋਂ ਸਿੱਖਣ ਦਾ ਯਤਨ ਕਰੋ, ਐਕਸਪੋਜਰ ਵਧਾਓ, ਨੌਲੇਜ ਲਓ, ਸਿੱਖਣ ਦੀ ਚਾਹਨਾ ਰੱਖੋ, ਆਕੜ ਨਹੀਂ ਰੱਖਣੀ। ਇਸ ਹਫ਼ਤੇ ਆਪਾਂ ਕੀ ਕਰ ਸਕਦੇ ਹਾਂ? ਤੁਸੀਂ ਕਿਤੇ ਵੀ ਜਾ ਕੇ ਇਸ ਹਫ਼ਤੇ 15 ਮਿੰਟ ਤੁਸੀਂ ਘੱਟੋ ਘੱਟ 15 ਮਿੰਟ, ਯਾਰ ਘੱਟ ਕਹਿ ਰਿਹਾ ਮੈਂ, ਇਹ ਮੇਰੇ ਨੋਟਸ ਨੇਗੇ ਜਿਹੜੇ ਐਸੇ ਸਾਇੰਸ ਡਾਇਰੈਕਟ ਵਾਲੇ ਡਾਕੂਮੈਂਟ ਦੇ ਨਾਲ ਹੀ ਰਲਦੇ ਨੇ। ਮੈਂ ਤਾਂ ਕਹੂੰਗਾ 1 ਘੰਟਾ ਸੇਵਾ ਕਰਕੇ ਆਓ। ਮੈਂ ਵੀ ਆਉਣ ਵਾਲੇ ਹਫ਼ਤੇ 'ਚ ਤੁਹਾਡੇ ਨਾਲ ਰਹੀ ਮੇਰੀ, ਮੈਂ ਵੀ ਕਹਿਣਾ ਵੀ ਮੈਂ 1 ਘੰਟਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਲੇਖੇ ਲਾ ਕੇ ਆਊਂਗਾ। ਠੀਕ ਹੈ ਜੀ। ਇੱਕ ਅੱਧਾ ਮੈਂਟਰ ਲੱਭੋ, ਜਿਹੜੇ ਫੀਲਡ 'ਚ ਤੁਸੀਂ ਅੱਗੇ ਵਧਣਾ, ਉਸ ਫੀਲਡ ਜਿਹੜਾ ਬੰਦਾ ਕੋਈ ਬਹੁਤ ਵਧੀਆ ਕੰਮ ਕਰ ਰਿਹਾ, ਉਹ ਜੇ 10 ਬੰਦੇ ਲੱਭੋ, ਉਹਨਾਂ ਨੂੰ ਈਮੇਲ ਕਰੋ ਵੀ ਮੈਂ ਤੁਹਾਡੇ ਤੋਂ ਮੈਂਟਰਿੰਗ ਲੈਣੀ ਹੈ। ਤੁਹਾਨੂੰ ਪਹਿਲਾਂ ਸਮਝ ਆਵੇ ਮੈਂਟਰਿੰਗ ਹੁੰਦੀ ਕੀ ਆ, ਉਸਤਾਦ ਧਰਨਾ ਹੁੰਦਾ ਕੀ ਆ, ਤੁਸੀਂ ਉਹਨੂੰ ਤੋਂ ਬੈਨੀਫਿਟ ਕੀ ਲੈਣਾ, ਉਹ ਸਾਰੀ ਚੀਜ਼ ਤੁਹਾਡੀ ਰੈਡੀ ਹੋਵੇ। ਫਿਰ ਤੁਸੀਂ ਉਹਨਾਂ ਨੂੰ ਕਹੋ ਵੀ ਮੈਨੂੰ ਤੁਹਾਡੀ ਲਾਈਫ 'ਚੋਂ ਮਹੀਨੇ 'ਚ ਘੰਟਾ ਜਾਂ 3 ਮਹੀਨੇ 'ਚ ਘੰਟਾ ਮੈਨੂੰ ਤੁਹਾਡੇ ਤੋਂ ਚਾਹੀਦਾ, ਜਿੱਥੇ ਮੈਂ ਬੈਠ ਕੇ ਆਪਦੇ ਤੁਹਾਨੂੰ ਅਪਡੇਟ ਦੇ ਸਕਾਂ ਅਤੇ ਉੱਥੋਂ ਮੈਂ ਅੱਗੇ ਵੱਧ ਸਕਾਂ। ਤੀਜੀ ਐਕਸਪੋਜਰ। ਐਕਸਪੋਜਰ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕਦੇ ਕੋਈ ਕਿਤਾਬ ਨਹੀਂ ਪੜ੍ਹੀ, ਪਹਿਲੀ ਕਿਤਾਬ ਪੜ੍ਹੋ। ਜੇ ਕੋਈ ਵਿਸ਼ਾ ਤੁਹਾਨੂੰ ਵਧੀਆ ਲੱਗਦਾ, ਉਹਦੇ 'ਤੇ ਇੱਕ ਕਿਤਾਬ ਸ਼ੁਰੂ ਕਰੋ, ਤਾਂ ਉਹਦੇ ਨਾਲ ਵੈਸੀ ਚੀਜ਼ਾਂ ਬਹੁਤ ਬਿਹਤਰ ਹੋਣਗੀਆਂ। ਲਓ ਜੀ, ਇਹ ਤੋਂ ਬਾਅਦ ਨਾ ਆਪਾਂ ਤੁਹਾਨੂੰ ਬੜਾ ਸੌਖਾ ਜਿਹਾ ਤਰੀਕੇ ਨਾਲ ਉਹਨੂੰ ਕਲੋਜ਼ ਕਰਨਾ। ਇਹਦੇ ਵਿੱਚ 6 ਐਂਕਰਸ ਤੁਹਾਨੂੰ ਦੇਣੇ ਨੇ, 6 ਤੁਹਾਨੂੰ ਨੁਕਤੇ ਹੁਣ ਆਪਾਂ ਦੇ ਦੇਣਾ। ਪਹਿਲਾ ਚੀਜ਼ ਹੈਗਾ ਲਰਨ ਮਨੀ, ਨੋਟ ਜਸਟ ਅਰਨ ਮਨੀ। ਪੈਸਾ ਸਮਝੋ, ਪੈਸਾ ਸਿੱਖੋ, ਸਿਰਫ ਪੈਸਾ ਕਮਾਓ ਨਾ। ਦੂਜਾ ਹੈਗਾ ਪ੍ਰੋਟੈਕਟ ਯੂਰ ਹੈਲਥ, ਆਪਦੀ ਸਿਹਤ ਦਾ ਧਿਆਨ ਇਸ ਉਮਰ 'ਚ ਰੱਖੋ। ਤੀਜਾ 7 ਤੋਂ 9 ਘੰਟੇ ਸੌਵੋ। ਚੌਥਾ ਆਪਦਾ ਸਰਕਲ ਬਣਾਓ, ਇਹੋ ਜਿਹਾ ਸਰਕਲ ਬਣਾਓ ਜਿਹੜਾ ਤੁਹਾਡੀ ਰੂਹ ਨੂੰ ਸਕੂਨ ਦੇਵੇ, ਜਿਹੜਾ ਤੁਹਾਡੇ ਦਿਮਾਗ ਨੂੰ ਸ਼ਾਂਤੀ ਦੇਵੇ, ਜਿਹੜਾ ਤੁਹਾਨੂੰ ਤਕੜਾ ਫੀਲ ਕਰਾਵੇ। ਠੀਕ ਹੈ। ਪੰਜਵੀਂ ਗੱਲ ਹੈ ਜੀ, ਇੱਕ ਉਸਤਾਦ ਲੱਭੋ। ਇਹ ਉਸਤਾਦ ਉਹ ਬੰਦਾ ਚਾਹੀਦਾ ਜਿਹੜਾ ਉਸ ਫੀਲਡ 'ਚ 1 ਨੰਬਰ ਹੈ ਜਿਸ ਤੁਸੀਂ ਜਾਣਾ ਚਾਹੁੰਦੇ ਹੋ। ਲਾਸਟ ਚੀਜ਼ ਆਪਦਾ ਲੈਂਸ ਆ ਜਿਹੜਾ ਦੇਖਣ ਦਾ, ਲੈਂਸ ਵਾਈਡ ਕਰੋ। ਲੈਂਸ ਵਾਈਡ ਕਰਨ ਦੇ ਲਈ 3 ਚੀਜ਼ਾਂ ਤੁਹਾਨੂੰ ਦੱਸੀਆਂ ਸੀ। ਜਾਂ ਤਾਂ ਤੁਸੀਂ ਭਾਈ ਪਹਿਲਾਂ ਤਾਂ ਮੈਂਟਰਿੰਗ ਹੀ ਆ, ਉਹਦੇ ਨਾਲ ਨਾਲ ਤੁਸੀਂ ਵਲੰਟਰਿੰਗ ਕਰੋ ਅਤੇ ਉਹਦੇ ਨਾਲ ਨਾਲ ਵਧੀਆ ਐਕਸਪੋਜਰ ਲਓ। ਹੁਣ ਇਹਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ, ਤੁਸੀਂ ਲਿਖ ਸਕਦੇ ਹੋ, ਤੁਸੀਂ ਕਿਤਾਬਾਂ ਪੜ੍ਹ ਸਕਦੇ ਹੋ। ਤਾਂ ਜੇ ਤੁਸੀਂ 20 ਤੋਂ ਜ਼ਿਆਦਾ ਇਹ ਕਰੋ। ਜੇ ਤੁਸੀਂ ਵੱਡੀ ਉਮਰ 'ਚ ਵੀ ਹੋ ਅਤੇ ਇਹ ਚੀਜ਼ਾਂ ਨਹੀਂ ਕਰੀਆਂ ਹੋਈਆਂ, ਇਹ ਚੀਜ਼ ਲਾਈਫ ਟਾਈਮ ਹੈ, ਇਹਨੂੰ ਜ਼ਰੂਰ ਕਰੋ। ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ। ਜੇ ਵੀਡੀਓ ਪਸੰਦ ਆਈ, ਮੇਰੀ ਤੁਹਾਨੂੰ ਬੇਨਤੀ ਹੈ, ਇਹਨੂੰ ਸ਼ੇਅਰ ਜ਼ਰੂਰ ਕਰੋ, ਲਾਈਕ ਜ਼ਰੂਰ ਕਰੋ ਅਤੇ ਕਮੈਂਟ ਜ਼ਰੂਰ ਕਰੋ, ਕਿਉਂਕਿ ਆਪਣਾ ਇੰਸਟਾਗ੍ਰਾਮ ਦਾ ਚੈਨਲ ਬਹੁਤ ਗਰੋ ਕਰਦਾ, ਪਰ ਇਹ ਚੈਨਲ ਆਪਣਾ ਹਿਲਦਾ ਹੀ ਨਹੀਂ। ਤਾਂ ਬੇਨਤੀ ਹੈ ਇਹਨੂੰ ਅੱਗੇ ਵਧਾਓ ਤਾਂ ਕਿ ਇਹਨੂੰ ਹੋਰ ਵੱਡਾ ਕਰੀਏ ਅਤੇ ਆਉਣ ਵਾਲੇ ਸਮੇਂ 'ਚ ਅੱਜ ਨਹੀਂ, ਸਾਲ ਨੂੰ, 2 ਨੂੰ, 5 ਨੂੰ, 10 ਨੂੰ ਮੈਂ ਇਹੀ ਕੰਮ ਕਰਾਂ ਤਾਂ ਕਿ ਮੈਂ ਇਹ 'ਤੇ ਕੰਮ ਜ਼ਿਆਦਾ ਕਰ ਸਕਾਂ। ਰਾਤ ਦਾ ਦਿਨ ਮੇਰੇ ਕੋਲ ਕਦੇ ਘੰਟਾ ਮਿਲਦਾ ਜਿਸ 'ਚ ਮੈਂ ਇਹ ਕੰਮ ਕਰਦਾ। ਮੈਂ ਤੁਹਾਨੂੰ ਮਿਲਦਾ ਕਿਸੇ ਹੋਰ ਵੀਡੀਓ ਨਾਲ ਬਹੁਤ ਛੇਤੀ।